ਵਾਹਿਗੁਰੂ 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 ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰ ਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਚੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀ ਜਗਦੀਸਾ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਦੋਹਰਾ ਏਕ ਓੰਕਾਰਾ ਸਤਿਗੁਰੂ ਤੈ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ, ਜੋ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਲੜੀਵਾਰ ਕਥਾ ਧੰਨ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਕਰਕੇ 10ਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ, ਮਾਤਾ ਸੁੰਦਰ ਕੌਰ ਜੀ ਦਾ ਜੋਤੀ ਜੋਤ ਸਮਾਉਣਾ ਚਲਾਣਾ ਕਰਨਾ, ਇਹ ਸਾਰੀ ਕਥਾ ਗੁਰੂ ਕਿਰਪਾ ਸਦਕਾ ਸੰਪੂਰਨ ਹੋਈ ਸੀ। ਪਿਛਲੇ ਦਿਨੀ ਆਪਾਂ ਉਸ ਦੀ ਸਮਾਪਤੀ ਕੀਤੀ, ਗੁਰੂ ਪਾਤਸ਼ਾਹ ਜੀ ਦੇ ਆਸ਼ੀਰਵਾਦ ਲਏ, ਸੰਪੂਰਨਤਾ ਹੋਈ ਨਿਰਵਿਘਨਤਾ ਸਹਿਤ। ਔਰ ਅੱਜ ਦਿਨ ਸੋਮਵਾਰ 8/8/2022 ਨੂੰ ਦੁਬਾਰਾ ਫਿਰ ਆਪਾਂ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਕਥਾ ਆਰੰਭ ਕਰਨ ਲੱਗੇ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਹੀ ਨਿਰਵਿਘਨਤਾ ਸਹਿਤ ਇਸ ਕਥਾ ਨੂੰ ਸੰਪੂਰਨ ਕਰਵਾ ਲੈਣ। ਆਓ ਆਪਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ
ਗੁਰੂ ਕੇ ਅਨੰਨ ਪਿਆਰੇ ਸੇਵਕ ਜਿਨ੍ਹਾਂ ਨੇ ਇਹ ਕਥਾ ਸਾਖੀਆਂ ਤੋਂ ਛੰਦਾਬੰਦੀ ਵਿੱਚ ਕੀਤੀ, ਦੋਹਰਿਆਂ ਸਵਈਆਂ ਕਵਿਤਾਂ ਦੇ ਵਿੱਚ ਲਿਖਣੀ ਕੀਤੀ, ਜਿਨ੍ਹਾਂ 'ਤੇ ਅਕਾਲ ਪੁਰਖ ਦੀ ਬੜੀ ਕਿਰਪਾ ਸੀ, ਜਿਨ੍ਹਾਂ ਨੂੰ ਇਹ ਸ਼ਬਦ ਫੁਰੇ। ਕਿਉਂਕਿ ਜਿਹੜੀ ਇਹ ਗੁਰੂ ਪਿਆਰੋ ਰਚਨਾ ਜਿਹੜੀ ਛੰਦਾਬੰਦੀ 'ਚ ਕਰਨੀ ਹੈ, ਇਹ ਗੁਰੂ ਕਿਰਪਾ ਨਾਲ ਹੀ ਹੁੰਦੀ ਹੈ ਜਦੋਂ ਕੋਈ ਕਰਦਾ। ਭਾਵੇਂ ਕਿ ਪਿਛਲੇ ਦਿਨੀ ਬਾਬਾ ਜੀ ਨੇ ਇਸ ਦੋਹਰੇ ਦੇ ਅਰਥ ਕਰ ਦਿੱਤੇ ਸੀ, ਆਪਾਂ ਸਰਵਣ ਵੀ ਕੀਤੇ, ਪਰ ਆਓ ਆਪਾਂ ਆਰੰਭਤਾ ਵਾਸਤੇ ਇਸੇ ਦੋਹਰੇ ਤੋਂ ਆਰੰਭ ਕਰਦੇ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨ, ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਬਖਸ਼ੋ ਸੀਸ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਪ੍ਰਕਾਸ਼, ਜੋ ਭਾਈ ਸਾਹਿਬ ਜੀ ਨੇ 2 ਪੋਥੀਆਂ ਵਿੱਚ ਲਿਖਿਆ। ਪਹਿਲੇ ਭਾਗ ਦਾ ਨਾਮ ਹੈ ਪੂਰਬ ਅਰਧ, ਭਾਵ ਪਹਿਲਾ ਅੱਧਾ ਭਾਗ। ਦੂਜੇ ਦਾ ਅਰਥ ਹੈ ਉੱਤਰ ਅਰਧ, ਭਾਵ ਦੂਸਰਾ ਅੱਧਾ ਭਾਗ। ਤੋਂ ਪਹਿਲਾ ਭਾਗ ਹੈ ਜਿਹੜਾ, ਇਸ ਤੋਂ ਆਪਾਂ ਆਰੰਭ ਕਰਦੇ ਹਾਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਆਪਣੇ ਇਸ਼ਟ, अपना सब दा इष्ट अकाल पुरख है, पूजा अकाल की परचा शब्द का दीदार खालसे का। अकाल पुरख जी संबोधना करके अकाल पुरख जी दे अगे नमस्कार करके सानू कहते हैं कि आओ सिखो। उस परमेश्वर की कृपा सदका ही ये कारज हो सकता है संपूर्ण। कीता लोड़ी है कम सो हर पै आखी है, कारज दे सवार सतगुर सत साखी है, संतां संग निधान अमृत चाखी है। भै भंजन मेहरबान दास की राखी है, नानक हर गुण गाए अलख प्रभ लाखी है। दे महावाका अनुसार गुरसिख कोई भी धार्मिक कारज करता है अपना, भावें असी विआह की चिट्ठी लिखते हैं या कुछ होर लिखते हैं तो उत्ते जरूर पहला परमेश्वर का नाम पाते हैं। पुराने बजुर्ग खास करके उत्ते एक ओंकार पाया करते सन। भाई साहब जी ने भी आरंभता विच लिखिया एक ओंकार सतगुर प्रसाद। पहला मैं उस परिपूर्ण परमेश्वर नूं सिमरदा हाँ जिहड़ा कि अदुੱਤੀ जिहदे वर्गा दूसरा कोई नहीं है, ਜਿਹੜਾ ਸ੍ਰਿਸ਼ਟੀ ਨੂੰ ਬਣਾ ਕੇ ਸ੍ਰਿਸ਼ਟੀ ਦੇ ਵਿੱਚ ਹੀ ਸਮਾਇਆ ਹੋਇਆ ਉਹ ਇੱਕ ਹੈ। ਕਿਉਂਕਿ ਪਿਛਲੇ ਸਮਿਆਂ ਦੇ ਜਿਹੜੇ ਧਰਮ ਦੇ ਮੁਖੀ ਸਨ ਉਹ ਪਰਮੇਸ਼ਰ ਨੂੰ ਅਨੇਕਾਂ ਰੂਪਾਂ ਵਿੱਚ ਦੱਸਦੇ ਸਨ। ਉਹ ਕਹਿੰਦੇ ਸਨ ਰੱਬ 3 ਹਨ, ਬਰਮਾ ਵਿਸ਼ਨੂੰ ਮਹੇਸ਼। ਕੋਈ ਕੁਝ ਕਹਿੰਦਾ ਸੀ, ਪਰ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਨੇ ਆਉਣਾ ਕੀਤਾ ਤਾਂ ਸਭ ਤੋਂ ਪਹਿਲਾਂ ਉਸ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਵੀ ਰਚਨਾ ਕਰਨ ਤੋਂ ਪਹਿਲਾਂ ਇੱਕ ਸ਼ਬਦ ਦਾ ਉਚਾਰਨ ਕੀਤਾ। ਇੱਕ ਗੁਰੂ ਪਿਆਰਿਓ ਏਕਾ, ਈੜੀ ਦਿਹਾਰੀ ਇੱਕ ਨਹੀਂ ਪਾਇਆ, ਏਕਾ ਪਾਇਆ ਹੈ। ਜੋ ਗੁਰੂ ਪਿਆਰਿਓ ਇਸ ਦਾ ਮਤਲਬ ਹੈ ਕਿ ਇਸ ਨੂੰ ਇੱਕ ਹੀ ਪੜ੍ਹਿਆ ਜਾਵੇਗਾ, ਇਹਨੂੰ ਕੋਈ ਹੋਰ ਵੱਧ ਘੱਟ ਨਹੀਂ ਪੜ੍ਹ ਸਕੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਸ ਵੇਲੇ ਸ਼ਾਦੀ ਹੋਈ ਸੀ ਨਾ, ਉਸ ਵੇਲੇ ਵੀ ਬਟਾਲਾ ਸਾਹਿਬ ਦੇ ਵਿੱਚ ਜਦੋਂ ਉਹਨਾਂ ਦੀ ਲਾਵਾਂ ਫੇਰੇ ਹੋਣ ਲੱਗੇ, ਉਦੋਂ ਲਾਵਾਂ ਤਾਂ ਬਣੀਆਂ ਨਹੀਂ ਸੀਗੀਆਂ ਤੇ ਸੰਸਾਰ ਪੰਡਤਾਂ ਨੂੰ ਬੁਲਾ ਕਰਕੇ ਉਹਨਾਂ ਤੋਂ ਫੇਰੇ ਕਰਾਉਂਦਾ ਸੀਗਾ। ਪਰ ਧੰਨ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦਾ ਰੂਪ ਹੈ, ਉਹਨਾਂ ਨੇ ਅਕਾਲ ਪੁਰਖ ਦੀ ਉਸਤਤ ਕਰਾਉਣੀ ਆ ਦੁਨੀਆ ਤੋਂ। ਇਸ ਕਰਕੇ ਉਹਨਾਂ ਨੇ ਆਪਣੇ ਲਾਵਾਂ ਫੇਰੇ ਵੀ ਉਸ ਬ੍ਰਾਹਮਣ ਦੀ ਰੀਤੀ ਮਰਜ਼ਾਦਾ ਨਾਲ ਨਹੀਂ ਕਰਾਏ। ਇੱਕ ਚੌਂਕੀ ਲੈ ਕਰਕੇ ਉਸ ਦੇ ਉੱਪਰ ਇੱਕ ਓਂਕਾਰ ਸ਼ਬਦ ਲਿਖ ਕੇ ਰੱਖਿਆ, ਮੂਲ ਮੰਤਰ ਵੀ ਉਸ ਤੋਂ ਬਾਅਦ ਆਇਆ। ਤਾਂ ਇੱਕ ਓਂਕਾਰ ਸ਼ਬਦ ਲਿਖ ਕਰਕੇ ਸਤਿਗੁਰਾਂ ਨੇ ਫਿਰ ਗੁਰੂ ਪਿਆਰਿਓ ਉਸ ਦੀਆਂ 4 ਪ੍ਰਕਰਮਾਂ ਕੀਤੀਆਂ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। तो इस तरह सतगुरु पातशाह जी ने ये शब्द रच करके लिख करके फिर इस पोथी नूं भी आरंभ करन तो पहला भाई साहब जी भी उस अकाल पुरख का ही धन्यवाद शुक्रिया आरंभता करने लई बेनती करते हैं। आओ सिखो
ਉਸ ਇੱਕ ਓਂਕਾਰ ਪਰਮੇਸ਼ਰ ਨੂੰ ਜਿਹੜਾ ਇੱਕ ਹੈ, ਜਿਸ ਦੇ ਵਰਗਾ ਹੋਰ ਦੂਸਰਾ ਕੋਈ ਨਹੀਂ ਹੈ, ਜਿਸ ਨੂੰ ਪ੍ਰਾਪਤ ਕਰਨਾ ਹੈ ਤਾਂ ਸਤ ਗੁਰ ਜਿਹੜਾ ਸਤ ਹੈ, ਜਿਹੜਾ ਸਾਡੇ ਜੀਵਨ ਦੀ ਜਾਂਚ ਹੈ, ਸਾਨੂੰ ਜਿਉਣ ਦੀ ਜਾਂਚ ਦੀ ਗੁਰ ਭਾਵ ਜੁਗਤ ਹੈ, ਸਤਿਗੁਰ ਦਾ ਪਹਿਲਾ ਅਰਥ। ਦੂਸਰਾ ਅਰਥ ਹੈ ਜੋ ਸਾਖਿਅਤ ਗੁਰੂ ਹੁੰਦਾ, ਉਹਦੀ ਕਿਰਪਾ ਦੇ ਨਾਲ ਸਾਨੂੰ ਪ੍ਰਾਪਤ ਹੁੰਦਾ। ਇੱਕ ਓਂਕਾਰ ਨੂੰ ਧੰਨ ਗੁਰੂ ਨਾਨਕ ਦੇਵ ਜੀ ਆਪਣਾ ਗੁਰੂ ਵੀ ਮੰਨਦੇ ਆ। ਆਦਿ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, 10ਵੇਂ ਪਾਤਸ਼ਾਹ ਜੀ ਦੇ ਬਚਨ। ਇਸ ਕਰਕੇ ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਸਤਿਗੁਰ ਕਹਿੰਦੇ ਹਨ। ਔਰ ਦੇਖੋ ਇਹਦੇ ਵਿੱਚ ਪਰਮੇਸ਼ਰ ਦੀ ਸਿਫਤ ਕਰਦੇ, ਸਾਨੂੰ ਇਸ਼ਾਰਾ ਕਰਦੇ ਆ। ਜੇ ਸਿੱਖੋ ਤੁਸੀਂ ਐਸੇ ਸਤਿਗੁਰ ਨੂੰ, ਐਸੇ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ ਤਾਂ ਲੋੜ ਹੈ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਲੈਣ ਦੀ। ਗੁਰੂ ਹੀ ਮਿਲਾ ਸਕਦਾ ਹੈ। ਸੰਸਾਰੀ ਤੌਰ 'ਤੇ ਵੀ ਆਪਾਂ ਜਦੋਂ ਕੋਈ ਵੀ ਕੰਮ ਨਵਾਂ ਸਿੱਖਣਾ ਹੈ ਤੇ ਸਾਨੂੰ ਉਸਤਾਦ ਗੁਰੂ ਧਾਰਨ ਕਰਨਾ ਪੈਂਦਾ। ਇਹ ਤਾਂ ਫਿਰ ਬਹੁਤ ਵੱਡਾ ਕੰਮ ਹੈ। ਇਹਦੇ ਵਾਸਤੇ ਕਿਉਂ ਨਹੀਂ ਗੁਰੂ ਦੀ ਲੋੜ ਪਵੇਗੀ? ਉਹ ਪਰਮੇਸ਼ਰ ਜੋ ਇੱਕ ਹੈ, ਅਦੁੱਤੀ ਹੈ, ਜਿਹਦੇ ਵਰਗਾ ਹੋਰ ਨਹੀਂ, ਜੋ ਦੁਨੀਆ ਨੂੰ ਬਣਾਉਣ ਵਾਲਾ ਹੈ, ਦੁਨੀਆ ਨੂੰ ਚਲਾਉਣ ਵਾਲਾ ਹੈ, ਮਿਹਰਬਾਨ ਸਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ, ਜੋ ਦੁਨੀਆ ਨੂੰ ਪਾਲਣ ਵਾਲਾ ਹੈ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਸ ਦੇ ਵਰਗਾ ਹੋਰ ਨਹੀਂ ਹੈ। ਜੇ ਮਿਲਣਾ ਹੈ ਸਤਿਗੁਰ ਪ੍ਰਸਾਦ ਤਾਂ ਗੁਰੂ ਦੇ ਲੜ ਲੱਗੋ, ਗੁਰੂ ਵਾਲੇ ਬਣੋ ਭਾਈ। ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਦੋਹਰਾ। ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਭਾਈ ਸੰਤੋਖ ਸਿੰਘ ਕਵੀ ਨੇ ਇਸੇ ਏਕ ਓਂਕਾਰ ਸਤਿਗੁਰ ਪ੍ਰਸਾਦ ਦੇ ਅਰਥ ਕੀਤੇ ਹੈ ਪਹਿਲੀ ਪੰਕਤੀ ਵਿੱਚ। ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਨਾ, ਭਾਈ ਸਾਹਿਬ ਦੇ ਦੋਹਰੇ ਸਵਈਏ ਕਵਿਤਾ ਦੀ ਜਦੋਂ ਉਹਨਾਂ ਦਾ ਅਰਥ ਕਰਦੇ ਆ ਤੇ ਵਿੱਚੋਂ ਗੁਰਬਾਣੀ ਦਾ ਕੋਈ ਵੀ ਸ਼ਬਦ ਨਿਕਲ ਆਉਂਦਾ ਹੈ ਵੀ ਇਹ ਤਾਂ ਇਸ ਸ਼ਬਦ ਦੇ ਅਰਥਾਂ ਦੇ ਉੱਤੇ ਭਾਈ ਸਾਹਿਬ ਨੇ ਛੰਦਾਬੰਦੀ ਕੀਤੀ ਹੈ। ਤਾਂ ਇੱਕ ਓਂਕਾਰ ਸਤਿਗੁਰ ਦੇ ਅਰਥ ਹੀ ਕਰਕੇ ਭਾਈ ਸਾਹਿਬ ਜੀ ਦੋਹਰੇ ਦਾ ਪਹਿਲਾ ਜਿਹੜਾ ਪਦੇ ਦਾ ਪਹਿਲਾ ਪੰਕਤੀ ਹੈ ਉਹਦੇ ਵਿੱਚ ਇਹੀ ਅਰਥ ਕਰਦੇ ਹੈ, ਏਕ ਓਂਕਾਰਾ ਉਹ ਜੋ ਏਕ ਹੈ, ਜਿਸ ਨੇ ਕੰਕਾਰ ਭਾਵ ਸ੍ਰਿਸ਼ਟੀ ਸਾਜੀ ਆ, ਜੀਵਾਂ ਨੂੰ ਸਾਜਿਆ। ਆਓ ਜੇ ਤੁਸੀਂ ਉਹਦੇ ਵਿੱਚ ਮਿਲਣਾ ਹੈ, ਹੁਣ ਆਪਾਂ ਝੂਠ ਵਿੱਚ ਮਿਲੇ ਹੋਏ ਆ, ਉਹਦੇ ਵਿੱਚ ਮਿਲ ਕੇ ਸੱਚ ਹੋਵਾਂਗੇ। ਪੂਰੇ ਕਾ ਕੀਆ ਸਭ ਕੁਛ ਪੂਰਾ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਉਹ ਸਦਾ ਸੱਚ ਹੈ। ਜੇ ਤੁਸੀਂ ਵੀ ਉਹਦੇ ਵਿੱਚ ਮਿਲਣਾ ਹੈ ਤਾਂ ਗੁਰੂ ਦੀ ਕਿਰਪਾ ਲਓ। ਏਕ ਓਂਕਾਰ ਆ ਸਤਿਗੁਰੂ। ਦੂਸਰਾ ਅਰਥ, ਏਕ ਓਂਕਾਰ ਤੇ ਸਤਿਗੁਰ ਵਿੱਚ ਕੋਈ ਫਰਕ ਨਹੀਂ ਹੈ, ਦੋਨੇ ਇੱਕੋ ਹੀ ਸਰੂਪ ਹੈ। ਸਰਗੁਣ ਨਿਰਗੁਣ ਨਿਰੰਕਾਰ ਤੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਫਿਰ ਜਾ। ਉਸ ਅਕਾਲ ਪੁਰਖ ਨੇ ਹੀ ਨਿਰਗੁਣ ਸਰੂਪ ਨੇ ਸਰਗੁਣ ਸਰੂਪ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਆਉਣਾ ਕੀਤਾ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਇਸੇ ਬਚਨ ਨੂੰ ਪਾਤਸ਼ਾਹ ਬਾਣੀ ਵਿੱਚ ਲਿਖਦੇ ਹਨ ਭੱਟਾਂ ਦੇ ਸਵਈਆਂ ਵਿੱਚ, ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਇਸ ਤਰ੍ਹਾਂ ਹੀ ਉਗਰ ਸੈਨ ਕੋ ਅਭੈ ਦਾਨ ਪਦ ਦਿਓ। ਪਾਤਸ਼ਾਹ ਜੀ ਕਹਿੰਦੇ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਕੰਸ ਨੂੰ ਵੀ ਤਾਰਿਆ, ਭਾਵੇਂ ਕੰਸ ਨੂੰ ਮਾਰਿਆ ਹੀ ਆ। ਜਿਵੇਂ ਗੁਰੂ ਸਾਹਿਬ ਜੀ ਦਾ ਤੀਰ ਜਿਸ ਦੇ ਲੱਗਦਾ ਸੀ ਉਹਦਾ ਭਲਾ ਹੁੰਦਾ ਸੀਗਾ। ਇੱਥੇ ਕਿਰਤਾਰਥ ਲਿਖਿਆ, ਕੰਸ ਦਾ ਵੀ ਉਧਾਰ ਕਰਤਾ ਜਿਹੜਾ ਕਿ ਦੁਸ਼ਮਣ ਸੀ, ਤੇਰਾ ਵੈਰੀ ਸੀਗਾ। ਕੰਸ ਕਿਰਤਾਰਥ ਕੀਓ, ਕਲਯੁਗ ਆਪ ਨਾਨਕ ਅੰਗਦ ਅਮਰ ਕਹਾਇਓ। ਤੇ ਕਲਯੁਗ ਦੇ ਵਿੱਚ ਤੋਂ ਗੁਰੂਆਂ ਦੇ ਰੂਪ ਵਿੱਚ ਆਉਣਾ ਕੀਤਾ, 10 ਗੁਰੂਆਂ ਦੇ ਰੂਪ ਵਿੱਚ ਵਰਤਿਆ। ਆਓ ਉਸ ਏਕ ਓਂਕਾਰ ਨੂੰ, ਰੱਬ ਤਿੰਨ ਨਹੀਂ ਹੈ, ਇੱਕੋ ਰੱਬ ਦੇ ਤਿੰਨੇ ਕੰਮ ਹਨ। ਉਹੀ ਪੈਦਾ ਕਰਨ ਵਾਲਾ ਹੈ, ਉਹੀ ਪਾਲਣ ਵਾਲਾ ਹੈ ਤੇ ਉਹੀ ਸਾਨੂੰ ਸੰਘਾਰਨ ਵਾਲਾ ਹੈ। ਉਸੇ ਦੀਆਂ ਸ਼ਕਤੀਆਂ ਹੀ ਦੁਨੀਆ ਵਿੱਚ ਕੰਮ ਕਰ ਰਹੀਆਂ ਹਨ। ਉਹਦਾ ਹੁਕਮ ਚੱਲਦਾ ਹੈ, ਆਪਣੇ ਸਾਰਿਆਂ ਵਿੱਚ ਵੀ ਉਹਦਾ ਹੁਕਮ ਚੱਲਦਾ ਹੈ। ਤੁਸੀਂ ਉਹਦੇ ਹੁਕਮ ਅੰਦਰ ਹੀ ਗੁਰੂ ਘਰ ਪਹੁੰਚੇ ਹੋ। ਕਹੋ ਸਤਿਨਾਮ ਸ੍ਰੀ, ਉਹਦੇ ਹੁਕਮ ਨਾਲ ਹੀ ਇੱਥੋਂ ਘਰੇ ਜਾਵਾਂਗੇ। ਪ੍ਰੀਤਮ ਜੀ ਕਹਿੰਦੇ
ਤੇ ਪ੍ਰਸਾਦ ਸੱਚ ਹੋਏ। ਜੇ ਕਿਤੇ ਐਸੇ ਗੁਰੂ ਦੀ ਕਿਰਪਾ ਮਿਲ ਜਾਵੇ ਸਿੱਖੋ, ਅਸੀਂ ਸੱਚ ਹੋ ਸਕਦੇ ਹਾਂ, ਭਾਵ ਸੱਚ ਵਿੱਚ ਮਿਲ ਸਕਦੇ ਹਾਂ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਵਿਨਾਸ਼ਨ ਸੋਏ। ਕਵੀ ਜਿਹੜਾ ਹੁੰਦਾ ਨਾ ਗੁਰੂ ਪਿਆਰਿਓ, ਉਹ ਕੁੱਜੇ ਵਿੱਚ ਸਮੁੰਦਰ ਪਾਉਂਦਾ ਹੈ। ਕਹੋ ਸਤਨਾਮ। ਧੰਨ ਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਸ਼ਬਦ ਲਿਖ ਕੇ ਉਹਦੇ ਵਿੱਚ ਪੂਰੀ ਹੀੜ ਭਰ ਦਿੱਤੀ ਆ, ਉਹਦੇ ਵਿੱਚ ਪੂਰਾ ਹੀ ਗਿਆਨ ਰੱਖ ਦਿੱਤਾ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਯਾਲਡੇ ਦਾ ਸਾਨੂੰ ਸੱਥਰ ਚੰਗਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਲਡੇ ਦਾ ਸਾਨੂੰ ਸੱਤਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਇਹਦੀ ਅਰਥ ਕਰਨ ਵਾਲੇ ਬਹੁਤ ਅਰਥ ਕਰ ਲੈਣਗੇ, ਭਾਵ ਸਾਡੇ ਜ਼ਿੰਦਗੀ ਦਾ ਅਸਲੀ ਮਕਸਦ ਵੀ ਇਹਦੇ ਵਿੱਚ ਰੱਖ ਦਿੱਤਾ। ਕਵੀ ਜੀ ਨੇ ਪਹਿਲਾ ਸ਼ਬਦ ਬਾਬੇ ਨਾਨਕ ਜੀ ਦੀ ਸਿਫਤ ਕਰਦੇ ਆ, ਤੇ ਅਗਲੀ ਪੰਕਤੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬਣਾਈ ਫਤਿਹ ਦੇ ਨਾਲ ਪੂਰਾ ਕੀਤਾ। ਕਹੋ ਸਤਨਾਮ ਸਿੰਘ। ਹੁਣ ਫਤਿਹ ਬਾਬੇ ਨਾਨਕ ਨੇ ਨਹੀਂ ਉਚਾਰੀ, ਪਹਿਲੇ ਜਾਮੇ 'ਚ ਨਹੀਂ ਉਚਾਰੀ, ਰੂਪ ਇੱਕੋ ਹੀ ਹੈ ਦਸਾਂ ਗੁਰੂਆਂ ਦਾ, ਪਰ ਪਹਿਲੇ ਜਾਮੇ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਚਾਰਿਆ ਤਾਂ ਉੱਥੇ ਉਹਨੂੰ ਲਿਖ ਦਿੱਤਾ। ਤੇ ਦੂਜੀ ਪੰਕਤੀ ਦੇ ਵਿੱਚ 10ਵੇਂ ਪਾਤਸ਼ਾਹ ਜੀ ਦਾ ਬਚਨ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਜੇ ਕਿਤੇ ਐਸਾ ਸਤਿਗੁਰੂ ਮਿਲ ਜਾਵੇ ਤੇ ਉਹ ਸਾਡੇ ਆਉਣ ਵਾਲੇ ਜੀਵਨ ਦੇ ਵਿੱਚੋਂ ਵਿਘਨਾਂ ਦਾ ਖਾਤਮਾ ਕਰ ਸਕਦਾ। ਕਿਉਂਕਿ ਆਪਾਂ ਕਥਾ ਆਰੰਭ ਕਰਨ ਲੱਗੇ ਹਾਂ, ਭਾਈ ਸਾਹਿਬ ਨੇ ਵੀ ਲਿਖਣ ਵੇਲੇ ਆਰੰਭ ਕੀਤੀ, ਤਾਂ ਉਹ ਅਰਦਾਸ ਕਰ ਰਹੇ ਹੈ ਕਿ ਮੇਰੀ ਇਸ ਕਥਾ ਦੇ ਲਿਖਣ ਦੇ ਸਮੇਂ ਵਿੱਚ ਕੋਈ ਵਿਘਨ ਆਵੇਗਾ ਤੇ ਤੂੰ ਦੂਰ ਕਰਨਾ, ਮੈਂ ਸੇਵਾ ਕਰਨੀ ਆ। ਕਹੋ ਸਤਨਾਮ। ਵਾਹਿਗੁਰੂ ਜੀ ਕੀ ਫਤਿਹ ਹੈ। ਆਓ ਕਾਰਜ ਨੂੰ ਆਰੰਭ ਕਰਦਿਆਂ ਵੀ ਖਾਲਸਾ ਫਤਿਹ ਬੁਲਾ ਕੇ ਸ਼ੁਰੂ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾ ਕੇ ਕਾਰਜ ਸੁਧ ਕਰਦਾ ਹੈ ਕਿ ਇਸ ਕਾਰਜ ਦੀ ਜਿਹੜਾ ਸਿਹਰਾ ਹੈ, ਟਿੱਕਾ ਹੈ, ਉਹ ਵੀ ਪਰਮੇਸ਼ਰ ਨੂੰ ਹੀ ਜਾਂਦਾ ਹੈ। ਜੇ ਖਾਲਸੇ ਦੀ ਜਿੱਤ ਹੋਈ ਆ ਤਾਂ 10ਵੇਂ ਪਾਤਸ਼ਾਹ ਆਪਣੀ ਭੰਗਾਣੀ ਦੇ ਜੰਗ ਦੀ ਜਿੱਤ ਵਿੱਚ ਕਹਿੰਦੇ ਹਨ, ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ। ਇਹ ਅਕਾਲ ਪੁਰਖ ਦੀ ਕਿਰਪਾ ਹੋਈ, ਮੇਰੀ ਜਿੱਤ ਹੋਈ, ਪਰ ਇਹ ਜਿੱਤ ਵੀ ਮੈਂ ਤੁਹਾਨੂੰ ਹੀ ਸਮਰਪਣ ਕਰਦਾ ਹਾਂ, ਇਹ ਤੁਹਾਨੂੰ ਹੀ ਸਿਹਰਾ ਜਾਂਦਾ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਆਓ ਉਸ ਪਰਿਪੂਰਨ ਪਰਮੇਸ਼ਰ ਦੀ ਕਿਰਪਾ ਲਈਏ, ਆਪਣੇ ਕਾਰਜ ਫਤਿਹ ਹੋਣਗੇ, ਕਿਉਂਕਿ ਉਹ ਕਾਰਜਾਂ ਵਿੱਚ ਪੈਣ ਵਾਲੇ ਵਿਘਨਾਂ ਨੂੰ ਕੱਟਣ ਵਾਲਾ ਹੈ। ਕਬਿਤ तीनों लोक बरदानी, तीनों जाचे महारानी, तीनों तापहानी, आद तीनों गुण मंडका। ਹੁਣ ਇਦੋਂ ਅੱਗੇ ਭਾਈ ਸਾਹਿਬ ਕਵੀ ਜੀ ਪਹਿਲਾਂ ਪਰਮੇਸ਼ਰ ਦੀ ਆਰਾਧਨਾ ਕਰਦੇ ਆ, ਹੁਣ ਆਪ ਦੇ ਉਸਤਾਦ ਜੋ ਕਵੀ ਲੋਕ ਗੁਰੂ ਪਿਆਰਿਓ ਸੰਸਾਰੀ ਤੌਰ ਤੇ ਸਰਸ ਦੇਵੀ ਨੂੰ ਮੰਨਦੇ ਆ। ਅਸਲ ਦੇ ਵਿੱਚ ਇਹ ਪਰਮੇਸ਼ਰ ਦੀਆਂ ਸ਼ਕਤੀਆਂ ਹਨ। ਪਰਮੇਸ਼ਰ ਹੀ ਸਾਰੇ ਥਾਵਾਂ ਤੇ ਵਰਤਦਾ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਤਾਂ तीनों लोक वरदानी, तिन्ना लोकां दी बागबाणी, भाव बागबाणी आवाज़, तिन्ना लोकां दे विच जिहड़ी आवाज़ है वो तू ही देण वाली है। सानू कविता सुंदर बाणी उचारण की शक्ति देण वाली, हे दैवी शक्ति। तीनों लोक वरदानी, तीनों जांचे महारानी, आप जी की जोत प्रगट होके मेरी जवान ते वस गई है। जोता परमेश्वर दी है ना। तो इत्थे अकाल पुरख की ही सिफत कर रहे हैं। सारियां उहदियां शक्तियां ही कार्य करदियां दुनिया विच। ये तो आपो अपना ख्याल है। आप अपनी बुद्ध है जेती बनत भिन्न भिन्न, तो है तेती तुमरा लखा न जाए पसारा, कह बिर सजा प्रथम संसार। तिन्ने लोग तैथों ही मंगते हैं, दद्दा दाता एक है सबको देवनहार। इत्थे परमेश्वर जिहड़ा ना वो लिंग पलिंग विच भी नहीं आउंदा गा। वो नारी पुरख नहीं है, वो ये तो बाहर है। नारी पुरख शब्द तो लिंग पलिंग तो बाहर है। तो ਉਹਦੇ ਪਰਥਾਏ फिर लिख दिता प्रीतम ने बाणी विच, गुरदेव माता, गुरदेव पिता, गुरदेव स्वामी परमेश्वरा, गुरदेव सखा अज्ञान भंजन, गुरदेव बंध सहोदर। तो परमेश्वर दे नाल ही सिख दे सारे ही संबंध हैं। कहो सतनाम। भाव मेरा गुरु ही मेरा सब कुछ है। जिस तरह पातशाह जी बचन लिखते हैं, जपजी साहब की 5वीं पौड़ी,
तीर्थ नहावा जेत सुभावा बिन भाने के नहाए करी जेती सिर ठुपाई वेखा बिन कर्मा के मिले ली सब नूं आपो अपने कर्मां दा मिलदा थापिया न जाए कीता न होए आपे आप निरंजन सोए जिन सेविया तिन पाया मां नानक गाविया गुणी निधान परमेश्वर जिहड़ा किसी दे हथ नाल बनाया होया नहीं बंदे दा बनाया होया रब नहीं रब ने बंदे नूं बनाया इस करके परमेश्वर जिहड़ा है ओहो ही सारे कारज करन वाला है तीनों जांचे महारानी तीनों ये तीन देवते भी उस दे पैरोकार है कह दिओ तां कोई अत कथनी नहीं वैसे गुरमत अते साइंटिफिक ढंग दे नाल ये तीन देवते भी शरीर नहीं हैगे ये अग पानी ते हवा है इहदा पता लगदा आपां नूं राग दे विचों बाणी दे विचों साचे ते पवना भया पवना ते जल होए जल ते त्रै पवन साजिया घट घट जोत समोए अकाल पुरख तो हवा पैदा हुई हवा जिहड़ा है इहनूं गुरु प्यारिओ इन्हां लोकां ने विष्णु का रूप दिता है हिंदू मत विच इस नूं विष्णु कहा जाता है साडा सवास है जिहड़ा ये मान लो इस तरह ही हवा ठंडी होकर पानी बनिया तो इन्हां ने इस नूं ब्रह्मा कहा पर सतगुर ने कहा कि दुनिया माँ कई रखत पिता बिंद धारा मूर्त सूरत कर अपार माँ का खून तो पिता की बिंद लै करके अकाल पुरख ने ये शरीर बनाए आ इन्हां नूं घड़न वाला कोई ब्रह्मा घमियार कोई बंदा नहीं है कोई सतनाम हाँ इन्हां ने उन्हां दे नाम रखे आ पातशाह ने गुरबाणी विच बड़ा क्लीयर किया है तो इस तरह ही फिर उस पानी दे विचों ये शरीर बने शरीर में जोत रख दी तो उस पानी तो ही अग पैदा कर दी अकाल पुरख ने साडे सारिਆਂ विच अग पैदा की है तुसी जिमीदार विच वीर बैठे आ जदों आपां घाह फूस पट के खेतां दे विचों वट्टां दे ढेर ला दिंने आ वो 5-7 दिन 10 दिन इस तरह हुमस पिया रहे तो उस गरमैश पैदा हो गई तो जदों असीं उहनूं चकदे हैं उत्थों पासे करन वास्ते मचाउण आदि वास्ते जदों घाह पटदे हैं तो विचों पतंगे उड़दे आ जदों कि पहला है नहीं सी कहो सतनाम वो कित्थों आए तो उस हुमस चों गरमैश चों ही बने इस तरह अकाल पुरख ने इन्हां तिन्नां तत्तां नूं पैदा कीता और इस तरह तिन्ना तत्तां दे नाल ये धरती ते आकाश मिट्टी ते आकाश मिला दिते तो चारा तत्तां नूं ला के शरीर बनाया ते पंजवां तत्त आकाश है भाव खाली थां ये पुलाड़ जिहदे विच सारे शरीरां नूं रखिया गया को सतनाम जिहड़ा गुरु प्यारो पानी तत्त है वो साडी रसना है आकाश तत्त साडा कन है अग्नि तत्त साडी अख है ते विष्णु तत्त भाव हवा तत्त जिहड़ा वो साडी नासिका है तो एक साडा यह तत्त है स्पर्श ये गुरु प्यारिओ ये पंजा तत्तां नूं शरीर दे नाल जोड़ना कीता है इन्हां तो शरीर बनिया है तो पातशाह कहंदे ये तिन्ने लोक जिन्हां नूं तू आवाज़ दिती तीनों जांचे महारानी तेरे कोलों ये मंगदे हन सब कुछ तीनों ताप हानी तू ही तिन्ने तापां नूं दूर करन वाला है गुरमत कहंदी आ तीने ताप निवारण हारा दुख हंता सुख रास ताको बिगन न को लागे जाकी प्रभ आ गए अरदास इत्थे भाई साहब कहते हैं तीनों ताप हानी तो इत्थे परमेश्वर नूं पातशाह जी नूं अपने गुरु के रूप दे विचों भी देख रहे हैं कवि जी कि तू इत्थे भी तू ही वसदा है आद तीनों गुण मंडका और तिन्ना गुणा च तू ही है मंडका हुंदा मंड लेना जिवें अपना मैदान मंड लेना रजो तमो सतो ये तीन गुण साडे विच हन कोई तमो गुण विच विचरदा इधरों भी आ जाए इधरों भी आ जाए क्रोध बड़ा है गुस्सा बड़ा है तमो गुण का सुभाव है अज्ञानता बड़ी है कोई सतो गुण विच है निमरता सहित ते कोई रजो गुण दे विच है जिवें राजे आवे भी बहुत ते दान भी करते हैं तो हे परमेश्वर इन्हां तिन्ना गुणों के मनुखों में तू ही तो वसदा है को सतनाम मंडका इन्हां शरीरां नूं तू ही मंडिया होया है घमियार ने घड़े बना के बेचते घड़ियां विच नहीं बैठा वो सुनियारे ने गहने बना के बेचते पर उस सुनियारा गहनियां विच फिट नहीं होया परमेश्वर कहना मैं शरीर बेचने वास्ते नहीं बनाए परमेश्वर ने शरीर बना के विच आप बैठना कीता को सतनाम मैं आपदे वास्ते बनाया तो जदों ये जीव जपदा जपदा उहदे विच मिल जाता है तो फिर की हो जाता प्रीतम कहते हर का सेवक सो हर जेहा भेद न जानो मानस देहा उहदा रूप हो जाता तो इत्थे भाई साहब जी संसार के मुताबिक जिहड़ा है
ਇਸਤਰੀ ਲਿੰਗ ਦੇ ਸ਼ਬਦ ਵਰਤਦੇ ਹਨ, ਪਰ ਹੈ ਪਰਮੇਸ਼ਰ ਵਾਸਤੇ। ਇਹ ਯਾਦ ਰੱਖਿਓ। ਕਹਿਣ ਲੱਗੇ ਤਿੰਨਾਂ ਗੁਣਾਂ ਨੂੰ ਤੂੰ ਹੀ ਮੰਡਿਆ ਹੋਇਆ ਹੈ, ਭਾਵ ਤਿੰਨਾਂ ਲੋਕਾਂ ਵਿੱਚ ਆਕਾਸ਼ ਪਤਾਲ ਆਦਿ, ਇਹਨਾਂ ਵਿੱਚ ਤਿੰਨਾਂ ਗੁਣਾਂ ਵਿੱਚ ਤੂੰ ਹੀ ਵਸਦਾ ਹੈ। तीनों काल मानी तीनों शक्त प्रधान तव, तीनों किरत बानी तीनों गानी बर बंड का। ਔਰ तीनों काल मानी, ਤਿੰਨਾਂ ਸਮਿਆਂ ਵਿੱਚ ਤੂੰ ਹੈ। ਆਦਿ ਸੱਚ ਜੁਗਾੜ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਆਦਿ ਸਭ ਤੋਂ ਪਹਿਲਾਂ ਤੂੰ ਸੀਗਾ, ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਤੂੰ ਸੀ। तीनों काल मानी, ਅੱਜ ਵੀ ਤੂੰ ਹੈ। ਕੱਲ ਨੂੰ ਸਭ ਕੁਝ ਖਤਮ ਹੋ ਜਾਵੇ ਪਰ ਤੂੰ ਸਦਾ ਰਹੇਗਾ। ਜੇ ਹੁਣ ਇੱਥੇ ਗੁਰੂ ਪਿਆਰਿਓ ਉਹ ਇਸਤਰੀ ਰੂਪ ਜੋ ਹਿੰਦੂ ਮਤ ਨੇ ਮੰਨੇ ਹੋਏ ਹੈ ਉਹ ਤਾਂ ਢਹਿ ਚੁੱਕੇ ਆ, ਖਤਮ ਹੋ ਚੁੱਕੇ ਆ, ਪਰ ਅਸਲ ਵਿੱਚ ਪਰਮੇਸ਼ਰ ਦੀ ਹੀ ਸਿਫਤ ਭਾਈ ਸਾਹਿਬ ਜੀ ਇੱਥੇ ਇਸਤਰੀ ਲਿੰਗ ਦੇ ਸ਼ਬਦ ਵਰਤ ਕੇ ਕਰ ਰਹੇ ਆ। ਹੈ ਪਰਮੇਸ਼ਰ ਦੀਆਂ ਹੀ ਵਿਚਾਰਾਂ ਸਾਰੀਆਂ। तीनों काल मानी, ਤਿੰਨਾਂ ਲੋਕਾਂ ਦੇ ਸੋਵੇਂ, ਤਿੰਨਾਂ ਲੋਕਾਂ ਦੇ ਵਿੱਚ ਤਿੰਨਾਂ ਸਮਿਆਂ ਵਿੱਚ ਤੈਨੂੰ ਮੰਨਿਆ ਜਾਂਦਾ ਹੈ। तीनों शक्त प्रधानी, और तिन्ने ही शक्तियाँ आकाश पताल आदि धरती, इन्हां तिन्नां दे विच तूं वसदा है। तिन्नां वर्गां दे कवि आप जी नूं वड्डा समझ के आप जी दी पूजा करदे हन। अगे लिखदे हन तीनों किरतवानी, ये सारे तेरी ही तां किरत है, तू ही इन्हां नूं बनाउण वाला है। तीनों किरतवानी तीनों गानी बार वंड का, ਤੇ ਤੂੰ ਹੀ ਇਹਨਾਂ ਤਿੰਨਾਂ ਲੋਕਾਂ ਨੂੰ ਸਾਜਣ ਵਾਲਾ। ਇਹਨਾਂ ਦੇ ਵਿੱਚ ਤੇਰਾ ਹੀ ਸਰੂਪ ਹੈ ਔਰ ਇਹਨਾਂ ਦੇ ਵਿੱਚ ਤੂੰ ਹੀ ਵਸਦਾ ਹੈ। ਅਤੇ तीनी रजतानी वज्र पानी को कृपान पानी, जानी मैं पवानी सुख खानी खल खंड का। ਔਰ ਗੁਰੂ ਪਿਆਰਿਓ ਫਿਰ ਉਹਨਾਂ ਤਿੰਨਾਂ ਪ੍ਰਧਾਨ ਸ਼ਕਤੀਆਂ ਨੂੰ ਮੰਨਦੇ ਹੋਏ ਭਾਈ ਸਾਹਿਬ ਜੀ ਅਕਾਲ ਪੁਰਖ ਨੂੰ ਇੱਦਾਂ ਦੇ ਰੂਪ ਦੇ ਵਿੱਚ ਵਰਣਨ ਕਰਦੇ ਹਨ। ਦੀਨੀ ਰਜ ਧਾਨੀ ਵਜਰ ਪਾਨੀ ਜਾਕੋ ਕਿਰਪਾਨ ਪਾਨੀ, ਕਹਿਣ ਲੱਗੇ ਜਿਨ੍ਹਾਂ ਨੇ ਤੈਨੂੰ ਮੰਨਿਆ ਤੈਨੂੰ ਪੂਜਿਆ ਉਹਨਾਂ ਨੂੰ ਤੂੰ ਰਾਜਧਾਨੀ ਭਾਵ ਰਾਜ ਦੇ ਦਿੰਦਾ ਹੈ। ਵਜਰ ਪਾਨੀ ਕੋ ਕਿਰਪਾਨ ਪਾਨੀ, ਜਿਨ੍ਹਾਂ ਦੇ ਕੋਲ ਸ਼ਾਸਤਰ ਹਨ ਭਾਵ ਸ਼ਾਸਤਰਨ ਕੇ ਅਧੀਨ ਹੈ ਰਾਜ। ਇਹ ਭਾਰਤ ਵਾਸੀਆਂ ਨੇ ਸ਼ਾਸਤਰ ਛੱਡ ਦਿੱਤਾ ਤਾਂ ਗੁਰੂ ਪਿਆਰਿਓ ਮੁਗਲਾਂ ਨੇ ਤੁਰਕਾਂ ਨੇ ਆ ਕੇ ਹਮਲੇ ਕੀਤੇ, ਇਹਨਾਂ ਨੂੰ ਗੁਲਾਮ ਕਰ ਲਿਆ। ਜਦ ਬਾਬੇ ਨਾਨਕ ਨੇ ਆ ਕੇ ਇਹਨਾਂ ਦੀ ਹਾਲਤ ਵੇਖੀ ਤਾਂ ਬਾਬਾ ਨਾਨਕ ਜੀ ਕਹਿ ਰਹੇ ਹਨ ਖੱਤਰੀਆਂ ਤੈ ਧਰਮ ਛੋੜਿਆ ਮਲੇਸ਼ ਭਾਖਿਆ ਗਈ। ਹੁਣ ਤੁਸੀਂ ਗੁਲਾਮਾਂ ਦੀ ਬੋਲੀ ਬੋਲਦੇ ਹੋ, ਆਪਣਾ ਧਰਮ ਭਾਵ ਸ਼ਾਸਤਰ ਛੱਡ ਕੇ ਤੁਸੀਂ ਗੁਲਾਮ ਹੋ ਚੁੱਕੇ ਹੋ। ਖੱਤਰੀਆਂ ਤੈ ਧਰਮ ਛੋੜਿਆ ਮਲੇਸ਼ ਭਾਖਿਆ ਗਈ, ਸ਼੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ। ਮੁਗਲਾਂ ਨੇ ਸਾਰਿਆਂ ਨੂੰ ਮੁਗਲ ਬਣਾਉਣਾ ਸ਼ੁਰੂ ਕੀਤਾ, ਜਿਵੇਂ ਔਰੰਗਜ਼ੇਬ ਦੀ ਸਾਖੀ ਆਪਾਂ ਜਾਣਦੇ ਹਾਂ। ਇਹਨਾਂ ਨੇ ਸਭ ਨੂੰ ਕਿਹਾ ਕਿ ਸਾਡਾ ਧਰਮ ਸਹੀ ਹੈ ਤੇ ਤੁਹਾਡਾ ਧਰਮ ਗਲਤ ਹੈ। ਉਹਨਾਂ ਨੇ ਧੱਕੇ ਨਾਲ ਜ਼ੋਰ ਨਾਲ ਭੁਲੋ ਕੇ ਲਾਲਚ ਦੇ ਕਰਕੇ ਮੁਸਲਮਾਨ ਬਣਾਉਣੇ ਸ਼ੁਰੂ ਕੀਤੇ ਤੇ ਬਾਬਾ ਜੀ ਕਹਿੰਦੇ ਧਰਮ ਖੜ ਗਿਆ ਜਿਹੜਾ ਭਾਰਤ ਦੇ ਆ। ਅਗਲੀ ਮਹਿਮ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮਾਜ ਸਮਾਪਤੀ ਤੇ ਜਾ ਰਿਹਾ ਹੈ। ਆਖਰੀ ਪੰਕਤੀਆਂ ਪੜ੍ਹੀਏ ਜੀ। कारण करण सुजान मन नमस्कार तिन चरण। ਔਰ ਹੇ ਕਾਰਨ ਕਰਨ ਸਰਬ ਕਲਾ ਸਮਰੱਥ ਸੁਜਾਨ ਸਭ ਤੋਂ ਸਿਆਣੇ ਸਤਿਗੁਰੂ ਮਹਾਰਾਜ, ਮੈਂ ਨਮਸਕਾਰ ਕਰਦਾ ਹਾਂ ਤੁਹਾਡੇ ਚਰਨਾਂ ਵਿੱਚ। ਇਹ ਸੀ ਪਵਿੱਤਰ ਵਿਚਾਰ। ਅਗਲੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। समाप्ति करिए। हे अच्युत हे पार ब्रह्म अविनाशी अगनास, हे पूरन हे सर्वमय जन गुणतास, हे सगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे हो बनहार, हे संत है कै सदा संग आधार, हे ठाकुर हों दासरो निर्गुण गुण नहीं कोई, नानक दीजै
ਨਾਮ ਦਾਨ ਰਾਖੋ ਹੀ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।